ਉਹ ਆਈਐਮ ਵਾਲੇ ਆਏ ਨੇ, ਉਹਨਾਂ ਨੇ ਜਿਨ੍ਹਾਂ ਦਾ ਸਿਰ ਪਾਟਾ ਸੀ ਹੈ, ਲੱਤਾਂ 'ਤੇ ਸੱਟਾਂ ਲੱਗੀਆਂ ਸਨ, ਗੂੜੀਆਂ ਸੱਟਾਂ ਲੱਗੀਆਂ ਸਨ, ਉਹਨਾਂ ਨੂੰ ਪੱਟੀ ਲਾਈ ਹੈ, ਫਿਰ ਗੋਲੀਆਂ ਦਿੱਤੀਆਂ ਦਰਦਾਂ ਦੀਆਂ। ਸਹੀ ਹੈ, ਉਹਨਾਂ ਸਾਡੀਆਂ ਤਸਵੀਰਾਂ ਲਈਆਂ ਨੇ ਸਾਰੀ, ਮਤਲਬ ਸਹੀ ਹੈ, ਨੰਗੀ ਪੈਰੀ ਬਿਲਕੁਲ ਛਾਲੇ ਬਣ ਗਏ ਸਨ। ਫਿਰ ਵਿੱਚ ਕਿਧਰੇ ਟਰੋਜ਼ਰ ਪਏ ਸਨ, ਕਿਸੇ ਨੇ ਸੁੱਟੇ ਹੁੰਦੇ ਸਨ ਗੰਦੇ ਮੰਦੇ ਜਿਹੋ ਜਿਹੇ ਵੀ ਸਨ, ਉਹ ਅਸੀਂ ਪੈਰਾਂ 'ਤੇ ਬੰਨੇ ਤਾਂ ਜਾ ਕੇ ਮਤਲਬ ਖੂਨ ਵੀ ਨਿਕਲਦਾ ਸੀ ਇਤਨਾ ਕੁ ਮਤਲਬ ਜਿਹੜਾ ਨਾ ਨਿਜ਼ਾਮ। ਇੱਕ ਨਾ ਜੀ ਪਿਸ਼ਾਬ ਕਰਨ ਗਿਆ, ਅੱਛਾ, ਖਲੋ ਕੇ ਪਿਸ਼ਾਬ ਕਰਕੇ ਆ ਗਿਆ। ਇੱਕ ਗਿਆ ਉਹ ਬਹਿ ਕੇ ਪਿਸ਼ਾਬ ਕੀਤਾ ਉਹਨੇ। ਅੱਛਾ, ਉਹ ਜਿਹੜਾ ਪੁਲਿਸ ਵਾਲਾ ਸੀ ਨਾ, ਉਹਨੇ ਬੜਾ ਇੰਟਰਸਟ ਲਿਆ। ਉਹਨੇ ਕਿਹਾ ਇਹ ਕੀ ਹੈ, ਇਹ ਮੁਸਲਮਾਨ ਹੈ ਸਾਈਂ ਹੈ ਜਿਹਨੇ ਖਲੋ ਕੇ ਕੀਤਾ। ਅੱਛਾ, ਉਹਨੇ ਸਾਨੂੰ ਪੁੱਛਿਆ। अस्सलाम वालेकुम दोस्तों, ਅੱਜ ਦੀ ਇਸ ਵੀਡੀਓ ਦੇ ਵਿੱਚ ਵੈਸ ਭਾਈ ਦੀ ਡੰਕੀ ਦੀ ਸਟੋਰੀ ਦਾ ਨਵਾਂ ਪਾਰਟ ਤੁਹਾਡੇ ਨਾਲ ਸ਼ੇਅਰ ਕਰਾਂਗੇ। ਦੋ ਡੰਕੀ ਇਹਨਾਂ ਪਹਿਲਾਂ ਦੂਸਰੀ ਡੰਕੀ ਲਾ ਕੇ ਡਿਪੋਰਟ ਹੋਏ ਨੇ ਬੋਸਨੀਆ ਦੇ ਵਿੱਚ। ਇਟਲੀ ਦੀ ਡੰਕੀ ਲਾ ਰਹੇ ਹਨ ਬੋਸਨੀਆ 'ਚ, ਫਿਰ ਡਿਪੋਰਟ ਹੋਏ ਨੇ। ਹੁਣ ਇਹਨਾਂ ਕੋਲ ਬੂਟ ਸ਼ੂਟ ਕੋਈ ਚੀਜ਼ ਨਹੀਂ, ਤੇ ਬੜੀ ਮੁਸ਼ਕਲ ਮਤਲਬ ਹੈ ਡਿਪੋਰਟ ਉਹਨਾਂ ਨੇ ਫੜ ਕੇ ਪੁਲਿਸ ਵਾਲਿਆਂ ਨੇ ਕੀਤਾ ਬੜੇ ਮੁਸ਼ਕਲ ਹਾਲਾਤਾਂ ਵਿੱਚ ਨਾ। ਤੇ ਅਗਲੀ ਸਟੋਰੀ ਇਹਨਾਂ ਕੋਲ ਸੁਣਨੇ ਆ ਕਿ ਹੁਣ ਫਿਰ ਇਹਨਾਂ ਡੰਕੀ ਕਿਦੋਂ ਲਾਈ ਤੇ ਕੀ ਹਿਸਾਬ ਕਿਤਾਬ ਵੀ ਸਾਰਾ। ਲੋ ਜੀ ਵੈਸ ਭਾਈ ਸੁਣਾਓ ਜੀ, ਇਹ ਚਲਾ ਲਓ। ਚਲੋ ਅਗਲੀ ਜਿਸ ਟਾਈਮ ਮਤਲਬ ਫੜੇ ਗਏ ਆ, ਡਿਪੋਰਟ ਹੋਏ ਆ ਨਾ, ਉਹਦੇ ਤੋਂ ਅੱਗੇ ਅਸੀਂ ਤਕਰੀਬਨ ਵਾਹਵਾ 10-15 ਕਿਲੋਮੀਟਰ ਅਸੀਂ ਪੈਦਲ ਸਫ਼ਰ ਕੀਤਾ। ਸਹੀ ਹੈ, ਨੰਗੀ ਪੈਰੀ ਬਿਲਕੁਲ ਛਾਲੇ ਬਣ ਗਏ ਸਨ। ਫਿਰ ਵਿੱਚ ਕਿਧਰੇ ਟਰੋਜ਼ਰ ਪਏ ਸਨ, ਕਿਸੇ ਨੇ ਸੁੱਟੇ ਹੁੰਦੇ ਸਨ ਗੰਦੇ ਮੰਦੇ ਜਿਹੋ ਜਿਹੇ ਵੀ ਸਨ, ਉਹ ਅਸੀਂ ਪੈਰਾਂ 'ਤੇ ਬੰਨੇ ਤਾਂ ਜਾ ਕੇ ਮਤਲਬ ਖੂਨ ਵੀ ਨਿਕਲਦਾ ਸੀ ਇਤਨਾ ਕੁ ਮਤਲਬ ਜਿਹੜਾ ਨਾ ਨਿਜ਼ਾਮ ਜ਼ਿੰਦਗੀ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ। ਉੱਥੋਂ ਅਸੀਂ ਟੁਰੇ ਹਾਂ ਤੱਕ, ਉੱਧਰ ਮਾਫੀ ਨਹੀਂ ਦਿੰਦੇ ਆ। ਜਿੱਧਰ ਅਸੀਂ ਰਿਪੋਰਟ ਹੋਏ ਆ ਨਾ, ਉਹਨਾਂ ਮਾਰਿਆ ਵੀ ਹੈ ਅਤੇ ਬੜੀ ਬੁਰੀ ਤਰ੍ਹਾਂ ਵੀ ਮਾਰਿਆ, ਅਤੇ ਇਵੇਂ ਹਰ ਸ਼ੈ ਲਵਾ ਲਈ ਸੀ ਅਸੀਂ। ਤਕਰੀਬਨ ਇੱਕ ਰਾਤ ਲੱਗ ਗਈ ਸੀ ਸ਼ਹਿਰ ਜਾਂਦਿਆਂ। ਦਿਨੇ ਸਾਨੂੰ ਤਕਰੀਬਨ 8 ਵਜੇ ਉੱਥੋਂ ਥਾਣੇ 'ਚ ਲਿਆਏ ਸਨ, ਅਤੇ ਰਿਪੋਰਟ ਕਰਦਿਆਂ 12-1 ਹੋ ਗਿਆ ਸੀ। ਉੱਥੋਂ ਅਸੀਂ ਤਕਰੀਬਨ ਜਿਹੜੇ ਮੇਨ ਸ਼ਹਿਰ 'ਚ ਅਸੀਂ ਪਹੁੰਚੇ ਹਾਂ ਨਾ, ਜਿੱਥੋਂ ਸਾਨੂੰ ਅੱਗੇ ਗੱਡੀ ਮਿਲਦੀ ਜਾਂ ਟੈਕਸੀ ਮਿਲਦੀ, ਉੱਥੇ ਅਸੀਂ 12-1 ਵਜੇ ਰਾਤ ਨੂੰ ਪਹੁੰਚੇ ਹਾਂ। ਟੁਰਦੇ ਰਹੇ ਹਾਂ ਉਸ ਟਾਈਮ 1 ਵਜੇ ਤੋਂ ਲੈ ਕੇ 10-12 ਘੰਟੇ ਲੱਗ ਗਏ ਸਨ ਸ਼ਹਿਰ ਆਉਂਦੇ। ਅਤੇ ਉੱਥੇ ਨੰਗੇ ਪੈਰੋਂ ਅਸੀਂ ਜਾ ਰਹੇ ਸਾਂ, ਅਤੇ ਵਿੱਚ ਕਿਤਨੇ ਲੋਕ ਮਿਲਦੇ ਸਨ ਕਿ ਕੋਈ ਜੁੱਤੀਆਂ ਦੇ ਦਿੰਦਾ ਸੀ। ਉਹ ਜੁੱਤੀਆਂ ਕਿੱਥੇ ਕੱਢਦੀਆਂ ਨੇ, ਉਹ ਰੋਡ 'ਤੇ ਟੁਰਨਾ। ਫਿਰ ਬਜਰੀ ਵਾਲਾ ਕੱਚਾ ਰੋਡ ਸੀ, ਜਿਵੇਂ ਕੱਚਾ ਪੱਕਾ ਜਾਂ ਮਿਕਸ ਸੀ ਇੱਕ ਹਿਸਾਬ ਦਾ, ਬਜਰੀ ਪਈ ਸੀ। ਅਤੇ ਚਲੋ ਔਖੇ ਸੌਖੇ ਹੋ ਕੇ ਅਸੀਂ ਮਤਲਬ ਗੁਜ਼ਾਰਾ ਕੀਤਾ। ਧੁੱਪ ਹੀ ਸੀ ਨਾ, ਸ਼ਾਮੀ ਜਿਸ ਟਾਈਮ ਸਰਦੀ ਹੋ ਗਈ ਫਿਰ ਪਤਾ ਲੱਗਦਾ। ਅਤੇ ਵਿੱਚ ਥੋੜ੍ਹਾ ਹਨੇਰਾ ਪੈ ਗਿਆ ਸੀ, ਮੇਨ ਸ਼ਹਿਰ 'ਚ ਵੜੇ ਆ ਨਾ, ਅਤੇ ਉਸ ਟਾਈਮ ਮੈਂ ਲੀਰਾਂ ਬੰਨੀਆਂ ਸਨ ਪੈਰਾਂ ਨੂੰ ਨਾ। ਹਾਂਜੀ, ਮੇਰੇ ਕੋਲ ਜੁੱਤੀਆਂ ਨਹੀਂ ਸਨ। ਸਭ ਤੋਂ ਅੱਗੇ ਹੈ ਵੀ ਮੈਂ ਹੀ ਸਾਂ। ਮਤਲਬ ਇੱਕ ਮਾਈ ਆਈ ਹੈ ਕਿਧਰੋਂ, ਪਤਾ ਨਹੀਂ ਕਿਵੇਂ ਮੈਨੂੰ ਨਹੀਂ ਪਤਾ ਹੈ ਕਿਵੇਂ ਆਈ ਹੈ, ਲੇਕਿਨ ਉਹ ਮੇਰੇ ਕੋਲ ਆ ਕੇ ਕਹਿੰਦੀ ਹੈ, ਮੈਂ ਕਿਹਾ ਕਰੋਸ਼ੀਆ ਡਿਪੋਰਟ। ਉਹ ਫਿਰ ਮੈਨੂੰ ਦੁਕਾਨ 'ਤੇ ਲੈ ਕੇ ਗਈ ਹੈ। ਮੈਨੂੰ ਕਹਿੰਦੀ ਹੈ, ਉਹਨੇ ਬੂਟ ਪਤਾ ਕੀਤਾ, ਬੂਟ ਬੜੇ ਮਹਿੰਗੇ ਸਨ, ਅਤੇ ਉਹ ਕਹਿੰਦੀ ਹੈ ਬੂਟ ਦੀ ਤਾਂ ਔਕਾਤ ਨਹੀਂ ਹੈ ਮੇਰੀ, ਜੁੱਤੀਆਂ ਲੈ ਕੇ ਦੇ ਸਕਦੀ ਹਾਂ, ਤੈਨੂੰ ਖਾਣ ਪੀਣ ਨੂੰ ਲੈ ਕੇ ਦੇ ਸਕਦੀ ਹਾਂ, ਤੂੰ ਆਪਣੇ ਨਾਲਦਿਆਂ ਨੂੰ ਵੀ ਦੇ ਦੀ। ਮੈਂ ਕਿਹਾ ਸਹੀ ਹੈ। ਫਿਰ 3-4 ਕੋਲ ਸਾਡੇ ਕੋਲ ਜੁੱਤੀਆਂ ਨਹੀਂ ਸਨ, ਕਈਆਂ ਨੂੰ ਫਿਰ ਰਾਹ 'ਚ ਲੱਭ ਗਈਆਂ। ਜਿਨ੍ਹਾਂ ਕੋਲ ਜੁੱਤੀਆਂ ਨਹੀਂ ਸਨ ਨਾ, ਉਹਨਾਂ ਕੈਂਚੀ ਜੁੱਤੀਆਂ ਲੈ ਕੇ ਦਿੱਤੀਆਂ ਸਾਨੂੰ, ਅਤੇ ਖਾਣ ਪੀਣ ਨੂੰ ਸਮਾਨ ਲੈ ਕੇ ਦਿੱਤਾ। ਸਹੀ ਹੈ, ਅਤੇ ਪੈਸੇ ਵੀ ਨਹੀਂ ਸਨ, ਕਿਸੇ ਕੋਲ ਵੀ ਨਹੀਂ ਸੀ ਹੈ, ਸਾਰੇ ਪੈਸੇ ਲਾ ਲੂ ਗਏ ਸਾਂ ਅਸੀਂ। ਅਤੇ ਉੱਥੋਂ ਅਸੀਂ ਤਕਰੀਬਨ ਉਹਨਾਂ ਕੋਲ ਜੁੱਤੀਆਂ ਲੈ ਕੇ ਅਤੇ ਸਮਾਨ ਲੈ ਕੇ ਅਸੀਂ ਨਿਕਲ ਪਏ ਹਾਂ। ਉਹ ਰੋਡ ਉਸ ਟਾਈਮ ਉੱਧਰੋਂ ਰਹਿ ਗਿਆ ਸੀ 17-18 ਕਿਲੋਮੀਟਰ। ਹਨੇਰਾ ਪੈ ਗਿਆ ਸੀ, ਹਨੇਰਾ ਪੈਣਾ ਸ਼ੁਰੂ ਹੋ ਗਿਆ ਸੀ, ਅਤੇ ਅਸੀਂ ਟੁਰਦੇ ਗਏ ਹਾਂ। ਅਤੇ ਫਿਰ IM ਵਾਲੇ ਆਏ ਨੇ, ਉਹਨਾਂ ਨੇ ਮਤਲਬ ਜੈਕਟਾਂ ਪਾਈਆਂ ਸਨ, ਉਹਨਾਂ ਸਾਨੂੰ ਕਾਰਡ ਵਿਖਾਇਆ ਕਿ ਅਸੀਂ IM ਵਾਲੇ ਹਾਂ, ਹੈਲਪ ਤੌਰ 'ਤੇ ਅਸੀਂ ਮਦਦ ਕਰਨਾ ਚਾਹੁੰਦੇ ਹਾਂ। ਅਤੇ ਉਹਨਾਂ ਸਾਨੂੰ ਵੇਖਿਆ, ਸਾਡੀ ਹਾਲਤ ਬੜੀ ਭੈੜੀ ਹੋਈ ਸੀ, ਜ਼ਖਮੀ ਹੋਏ ਸਾਂ। ਉਹਨਾਂ ਫਿਰ ਡਾਕਟਰ ਵੀ ਹੁੰਦੇ ਨੇ ਵਿੱਚ, ਸਾਰੇ ਸੀ। ਅਸੀਂ 11 ਸਾਂ ਨਾ, ਅਸੀਂ ਅੱਧ 'ਚ ਆ ਕੇ ਨਾ ਸਾਰੇ ਇਕੱਠੇ ਹੋ ਗਏ ਸਾਂ। ਉਹ ਉੱਧਰੋਂ ਨਿਕਲ ਆਏ, ਅਸੀਂ ਇੱਧਰੋਂ ਨਿਕਲ ਆਏ। ਉਹਨਾਂ ਨੂੰ ਵੀ ਚੰਗਾ ਮਾਰਿਆ ਸੀ, ਉਹਨਾਂ ਕੋਲ ਤਾਂ ਟੁਰਿਆ ਨਹੀਂ ਸੀ ਜਾਂਦਾ। ਸਾਨੂੰ ਵੀ ਜਿਹੜਾ ਠੀਕ ਸੀ, ਮੈਂ ਤਾਂ ਬਚ ਗਿਆ ਸਾਂ, ਮੈਂ ਛੋਟਾ ਵੀ ਸਾਂ ਸਾਰਿਆਂ ਤੋਂ, ਲੇਕਿਨ ਮੈਂ ਪਿੱਛੇ ਵੀ ਸਾਰਿਆਂ ਤੋਂ ਮੈਂ ਹੀ ਸਾਂ। ਲੇਕਿਨ ਉਹਨਾਂ ਮਾਫੀ ਤਾਂ ਨਹੀਂ ਦਿੱਤੀ ਛੋਟਾ ਸਮਝ ਕੇ, ਲੇਕਿਨ ਬਚਿਆ ਆਪਣੀ ਕਿਸਮਤ ਨਾਲ ਹੀ ਬਚਿਆ ਸੀ। ਅਤੇ ਅਸੀਂ ਅੱਜ ਇਕੱਠੇ ਹੋ ਗਏ ਨਾ, ਅਤੇ ਉਹ IM ਵਾਲੇ ਆਏ ਨੇ, ਉਹਨਾਂ ਨੇ ਜਿਨ੍ਹਾਂ ਦਾ ਸਿਰ ਪਾਟਾ ਸੀ ਹੈ, ਲੱਤਾਂ 'ਤੇ ਸੱਟਾਂ ਲੱਗੀਆਂ ਸਨ, ਗੂੜੀਆਂ ਸੱਟਾਂ ਲੱਗੀਆਂ ਸਨ, ਉਹਨਾਂ ਨੂੰ ਪੱਟੀ ਲਾਈ ਹੈ, ਫਿਰ ਗੋਲੀਆਂ ਦਿੱਤੀਆਂ ਦਰਦਾਂ ਦੀਆਂ। ਸਹੀ ਹੈ, ਉਹਨਾਂ ਸਾਡੀਆਂ ਤਸਵੀਰਾਂ ਲਈਆਂ ਨੇ ਸਾਰੀ, ਮਤਲਬ ਕਿਵੇਂ ਮਤਲਬ ਉਹਨੇ ਪੁੱਛਿਆ। ਉਹ ਬੜਾ ਜਿਹੜਾ ਨਾ ਇਹਦਾ ਪੁਆਇੰਟ ਝੁਕਦੇ ਨੇ, ਜਿਵੇਂ ਕਿ ਐਕਸ਼ਨ ਲੈਂਦੇ ਨੇ, ਕਿਉਂ ਮਾਰਦੇ ਨੇ, ਲੇਕਿਨ ਉਹ ਨਹੀਂ ਮਾਫੀ ਦਿੰਦੇ ਆ। ਅਤੇ ਉਹ ਆਪਣਾ ਉਹਨਾਂ ਨੇ ਸਾਨੂੰ ਖਾਣ ਪੀਣ ਨੂੰ ਸਮਾਨ ਵੀ ਦਿੱਤਾ। ਉਸ ਟਾਈਮ ਤਕਰੀਬਨ
ਥੋੜ੍ਹਾ ਅੱਗੇ ਮਾਈ ਤੋਂ ਬਾਅਦ ਨਾ ਥੋੜ੍ਹਾ ਅੱਗੇ ਜਾ ਕੇ ਹੁਣ ਸਮਾਨ ਵੀ ਦਿੱਤਾ ਖਾਣ ਪੀਣ ਨੂੰ। ਚਾਕਲੇਟਾਂ ਹੋ ਗਈਆਂ, ਸੌਂਗੀ ਨਹੀਂ ਹੁੰਦੀ ਮੇਵਾ, ਇਹ ਐਡਾ ਐਡਾ ਪੈਕਟ ਸੀ ਛਾ ਕੇ ਪਾਈਆ ਦਾ, ਸਾਰਿਆਂ ਨੂੰ ਦਿੱਤਾ। ਸਹੀ ਹੈ, ਗੋਸ਼ਤ ਦੀਆਂ ਡੱਬੀਆਂ ਨਹੀਂ ਹੁੰਦੀਆਂ ਉਹ ਦਿੱਤੀਆਂ ਸਾਨੂੰ, ਮਤਲਬ ਗੁਜ਼ਾਰਾ ਹੋ ਜਾਵੇ, ਅਸੀਂ ਫਿਰ ਅੱਗੇ ਤੁਰਨਾ ਵੀ ਹੈ। ਅਤੇ ਉਹ ਅਸੀਂ ਲੈ ਕੇ ਅਤੇ ਅਸੀਂ ਉਹਨੂੰ ਕਿਹਾ ਸਾਨੂੰ ਕੈਂਪ ਛੱਡ ਕੇ ਆਓ, ਪੈਰਾਂ ਦਾ ਹਾਲ ਵੇਖ ਲਓ। ਉਸ ਟਾਈਮ ਸਹੀ ਖੂਨ ਨਿਕਲਣ ਡਿਆ ਸੀ। ਇੱਕ ਕੈਂਪ ਜਾਣਾ ਸੀ, ਉਹਦੇ ਤੋਂ ਬਾਅਦ ਅਗਲੇ ਲੀਪੇ ਕੈਂਪ ਜਾਣ ਵਾਸਤੇ ਵੀ ਸਾਨੂੰ ਤਕਰੀਬਨ 30-35 ਯੂਰੋ ਚਾਹੀਦੇ ਸਨ। ਅੱਗੇ ਕੈਂਪ ਅਗਲੇ ਜਿਹੜੇ ਅਸੀਂ ਜਾਣਾ ਸੀ ਉਹਦੇ ਪੈਸੇ ਅੱਗੇ ਟਿਕਟਾਂ ਲੈ ਕੇ ਫਿਰ ਜਾਣਾ ਸੀ। ਅਸੀਂ ਸੋਚਿਆ ਕਿ ਰਾਤ ਜਿਹੜੀਆਂ ਨਾ ਕੈਂਪ 'ਚ ਗੁਜ਼ਾਰਾਂਗੇ। ਅਤੇ ਅਸੀਂ ਟੋਲ ਕੇ ਨਾ ਮਤਲਬ 12-1 ਵਜੇ ਕੈਂਪ ਪਹੁੰਚੇ ਹਾਂ। ਜਿਸ ਟਾਈਮ ਕੈਂਪ ਗਏ ਹਾਂ ਉਹਨਾਂ ਨੇ ਸਾਡੀ ਤਸਵੀਰਾਂ ਲੈ ਲਈਆਂ। ਸਹੀ ਹੈ, ਕਹਿੰਦੇ ਅਸੀਂ ਕੈਂਪ 'ਚ ਵਾੜ ਨਹੀਂ ਸਕਦੇ ਫਿਲਹਾਲ, ਇਹ ਰਾਤ ਤੁਹਾਨੂੰ ਬਾਹਰ ਕੱਢਣੀ ਪੈਣੀ ਹੈ, ਅਗਲੇ ਦਿਨ ਐਕਸ਼ਨ ਲਾਂਗੇ ਤੁਹਾਡੇ ਕਾਰਡ ਵਗੈਰਾ ਬਣਾਵਾਂਗੇ। ਅਤੇ ਅਸੀਂ ਬਹੁਤ ਤਰਲਾ ਮਾਰਿਆ ਲੇਕਿਨ ਨਹੀਂ ਮੰਨੇ, ਉਹਨਾਂ ਕਿਹਾ ਨਹੀਂ। ਫਿਰ ਪਾਕਿਸਤਾਨੀਆਂ ਨਾਲ ਹਾਲ ਕੀਤਾ ਉਹਨਾਂ ਨਾਲ ਵੀ। ਸਾਨੂੰ ਰੋਟੀ ਦੇ ਕੇ ਬਾਹਰ ਹੀ ਜੂਸ ਦੇ ਗਏ, ਇੱਕ ਡੱਬਾ ਕਿਲੋ ਵਾਲਾ, ਅਤੇ 4 ਬ੍ਰੈਡਾਂ ਦੇ ਪੀਸ ਦੇ ਗਏ। ਅਸੀਂ ਤਾਂ ਰੋਟੀ ਖਾਧੀ ਹੈ ਬਾਹਰ, ਉੱਥੇ ਬੈਂਚ ਲੱਗੇ ਸਾਨੂੰ ਬਹਿ ਕੇ ਖਾ ਕੇ। ਅਸੀਂ ਫਿਰ ਪਾਕਿਸਤਾਨੀਆਂ ਨਾਲ ਹਾਲ ਕੀਤਾ। ਉੱਥੇ ਤਾਰਾਂ ਬਣੀਆਂ ਨੇ ਲੋਹੇ ਦੀਆਂ ਨਾ ਕੈਂਪ 'ਚ 12-12 ਫੁੱਟ ਦੀਆਂ। ਅਸੀਂ ਚੜ੍ਹ ਗਏ ਅਤੇ ਪਾਰ ਹੋਏ ਹਾਂ, ਅਤੇ ਉੱਤੋਂ ਪੁਲਿਸ ਵਾਲੇ ਆ ਗਏ, ਕੈਂਪ ਦੇ ਜਿਹੜੇ ਸਿਕਿਉਰਟੀ ਵਾਲੇ ਆ ਗਏ। ਸਿਕਿਉਰਟੀ ਵਾਲਾ ਕਹਿੰਦਾ ਫਿਰ ਉੱਧਰੋਂ ਹੀ ਵਾਪਸ ਜਾਏਗਾ ਜਾਂ ਗੇਟ ਤੋਂ ਕੱਢ ਕੇ ਆਵਾਂ। ਅਸੀਂ ਕਿਹਾ ਇੱਧਰੋਂ ਹੀ ਜਾਂਦੇ ਹਾਂ ਵਾਪਸ। ਅਸੀਂ ਫਿਰ ਕੰਧ ਵਾਪਸ ਪਾਰ ਹੋਏ ਹਾਂ, ਫਿਰ ਗਏ ਹਾਂ ਬਾਹਰ ਉਹ ਆਪਣਾ ਫਿਰ ਹੋਰ ਕਿਸੇ ਪਾਸੇ ਧਿਆਨ ਲੱਗ ਗਿਆ। ਫਿਰ ਚੜ੍ਹੇ ਹਾਂ, ਫਿਰ ਕੈਂਪ 'ਚ ਗਏ ਹਾਂ। ਫਿਰ ਉਹ ਹੱਥ ਫੜ ਕੇ ਮੈਨੂੰ ਗੇਟ ਤੋਂ ਕੱਢ ਕੇ ਲੈ ਗਿਆ ਬਾਹਰ। ਨਹੀਂ ਆਖਦੇ ਕੁਛ ਨਹੀਂ, ਸ਼ੁਗਲ ਮੇਲੇ ਵਾਸਤੇ ਉਹਨਾਂ ਨੂੰ ਪਤਾ ਹੈ ਇਹਨਾਂ ਆਉਣਾ ਤਾਂ ਇੱਥੇ ਹੀ ਆਉਣਾ, ਜੋ ਮਰਜ਼ੀ ਹੋਏ। ਅਤੇ ਕਹਿੰਦਾ ID ਕਾਰਡ ਨਹੀਂ ਆ ਤੇਰੇ ਕੋਲ, ਤੂੰ ਅੰਦਰ ਨਹੀਂ ਆ ਸਕਦਾ। ਇਤਨੀ ਸਰਦੀ ਸੀ, ਟੀ-ਸ਼ਰਟ ਪਾਈ ਸੀ, ਜੁੱਤੀਆਂ ਕੈਂਚੀ ਸਨ, ਨਾ ਕੋਈ ਰਾਤ ਗੁਜ਼ਾਰਨ ਵਾਸਤੇ ਇਤਨੀ ਔਖੀ ਹੋ ਗਈ ਸੀ। ਮੈਂ ਕਿਹਾ ਮੌਤ ਹੀ ਨਜ਼ਰ ਆਉਂਦੀ ਹਰ ਪਾਸੇ। 11 ਬੰਦੇ ਫਿਰ ਤੁਸੀਂ? ਹਾਂਜੀ, ਵਿੱਚ ਕਈਆਂ ਦਾ ਦਾਅ ਲੱਗ ਗਿਆ, ਕਈ ਪੈ ਗਏ। ਜਗ੍ਹਾ ਬੜੀ ਸੀ ਸੌਣ ਵਾਸਤੇ ਨਾ ਉੱਥੇ, ਚਾਦਰਾਂ ਚੂਦਰਾਂ ਵੀ ਲੱਭ ਜਾਂਦੀਆਂ ਸਨ ਜਦੋਂ ਬੰਦਾ ਵੜ ਜਾਵੇ ਅੰਦਰ ਇੱਕ ਵਾਰੀ, ਮਤਲਬ ਉਹਨਾਂ ਮਿਲ ਜੁਲ ਜਾਏ ਜੀਆਂ 'ਚ। ਅਤੇ ਚੌਥੀ ਦਫਾ ਮੈਂ ਤਕਰੀਬਨ 5-6 ਘੰਟੇ ਟਰਾਈਆਂ ਹੀ ਲਾਉਂਦੇ ਰਹੇ। ਅਸੀਂ ਤਕਰੀਬਨ 5-6 ਲੰਘ ਗਏ, 5-6 ਦੀ ਟਰਾਈਆਂ ਲਾਉਂਦੇ ਰਹੇ। ਜਾ ਕੇ ਸੁਬਾਹ 6 ਵਜੇ ਅਸੀਂ ਕੈਂਪ 'ਚ ਵੜੇ ਹਾਂ। ਜਦੋਂ ਚੇਂਜ ਹੋਈਆਂ ਸਿਕਿਉਰਟੀ ਵਾਲਿਆਂ ਦੀਆਂ ਨਾ ਮਤਲਬ ਡਿਊਟੀਆਂ, ਅਤੇ ਰਾਤ ਵਾਲੇ ਚਲੇ ਗਏ, ਦਿਨ ਵਾਲੇ ਬੜੇ ਚੰਗੇ ਸਨ। ਉਹਨਾਂ ਨੇ ਕਿਹਾ ਆਇਓ। ਅਸੀਂ ਫਿਰ ਸੁੱਤੇ ਹਾਂ, ਸਕੂਨ ਆਇਆ, ਦਿਨ ਫਰੈਸ਼ ਹੋਇਆ। ਤਕਰੀਬਨ ਅਸੀਂ 4 ਵਜੇ ਵਾਪਸੀ ਨਿਕਲੇ ਉੱਥੋਂ ਅਗਲੇ ਕੈਂਪ ਜਾਣ ਵਾਸਤੇ ਲੀਪੇ 'ਚ। ਜਾ ਕੇ ਅਸੀਂ ਟਿਕਟਾਂ ਉਹਨਾਂ ਨੂੰ ਪੁੱਛੀਆਂ, ਟਿਕਟਾਂ ਉਹ ਕਹਿੰਦੇ ਨੇ ਕਿ ਸ਼ਾਮੀ ਮਿਲਣਗੀਆਂ 6-7 ਵਜੇ, ਹੁਣ ਨਹੀਂ ਅਸੀਂ ਦੇ ਸਕਦੇ। ਅਸੀਂ ਉੱਥੇ ਫਿਰ ਬੈਠੇ ਰਹੇ ਹਾਂ, ਅਤੇ ਪੈਸੇ ਵੀ ਨਹੀਂ ਸਨ ਹੈ, ਅਤੇ ਉਹ ਘਰੋਂ ਇੱਕ ਜੀ ਨੇ ਲਵਾਏ ਸਨ। ਉਹ ਕਹਿੰਦਾ ਤੁਸੀਂ ਕੈਂਪ ਜਾ ਕੇ ਨਾ ਸਾਨੂੰ ਦੇ ਦਿਆ ਜੀ ਪੈਸੇ। ਅਸੀਂ ਕਿਹਾ ਸਹੀ। ਅਤੇ ਉਹ ਟਿਕਟਾਂ 6-7 ਵਜੇ ਅਸੀਂ ਲਈਆਂ ਨੇ। ਉੱਥੇ ਟਾਈਮ ਇਵੇਂ ਗੁਜ਼ਾਰਿਆ, ਕਦੀ ਉੱਧਰ ਚਲੇ ਜਾਂਦੇ ਸਾਂ, ਕਦੀ ਉੱਧਰ ਚਲੇ ਜਾਂਦੇ ਸਾਂ। ਉਹ ਟਿਕਟਾਂ ਲੈ ਕੇ ਅਸੀਂ ਬਿਹਾਰ ਗਏ ਹਾਂ। ਬਿਹਾਰੋਂ ਫਿਰ ਅੱਗੇ 10 ਵੱਜ ਗਏ ਸਨ, ਤਕਰੀਬਨ 1.5-2 ਘੰਟੇ ਲੱਗ ਗਏ ਸਨ ਬਿਹਾਰ ਜਾਂਦਿਆਂ। ਅਤੇ ਉੱਥੋਂ ਫਿਰ ਅੱਧਾ-ਪੌਣਾ ਘੰਟਾ ਉੱਥੋਂ ਲੀਪੇ ਕੈਂਪ ਦਾ ਵੀ ਲੱਗ ਜਾਂਦਾ। ਉੱਥੋਂ ਫਿਰ ਟੈਕਸੀ ਕਰਾਈ। ਟੈਕਸੀ ਵਾਲੇ ਨੇ ਸਾਡੇ ਕੋਲੋਂ ਲਏ ਨੇ 10-10 ਕੈਮ ਤੋੜ ਕੈਂਪ ਛੱਡ ਕੇ ਆਇਆ। ਕੈਂਪ ਦੇ ਰੋਡ 'ਤੇ ਕੈਂਪ 'ਚ ਨਹੀਂ ਲੈ ਕੇ ਜਾ ਸਕਦੇ ਹੋ, ਕਿਉਂਕਿ ਸਾਡੇ ਕੋਲ ਕੋਈ ਪਾਸਪੋਰਟ ਨਹੀਂ ਹੈ, ਸ਼ਨਾਖਤੀ ਨਹੀਂ, ਮਤਲਬ ਅਸੀਂ ਅਨਲੀਗਲ ਕਰਕੇ ਉਹ ਨਹੀਂ ਬਿਠਾਉਂਦੇ। ਟੈਕਸੀ ਵਾਲੇ ਜੇ ਬਿਠਾ ਲੈਣ ਉਹ ਤੋੜ ਲੈ ਕੇ ਨਹੀਂ ਜਾਂਦੇ, ਉਹਨਾਂ 'ਤੇ ਬੜਾ ਕੇਸ ਹੋ ਜਾਂਦਾ। ਉਹ ਸਾਨੂੰ ਲਾ ਕੇ ਅਤੇ ਅਸੀਂ ਫਿਰ ਕੈਂਪ ਗਏ ਹਾਂ। ਕੈਂਪ ਜਾ ਕੇ ਹੁਣ ਮੈਂ ਜ਼ੇਨ ਬਣਾ ਲਿਆ, ਮੈਂ ਕਿਹਾ ਹੁਣ ਮੈਂ ਪੈਦਲ ਨਹੀਂ ਜਾਣਾ, ਜੋ ਮਰਜ਼ੀ ਹੋ ਜਾਵੇ। ਫਿਰ ਜਦੋਂ ਕੋਈ 5-7 ਦਿਨ ਗੁਜ਼ਰਦੇ ਨੇ ਫਿਰ ਦਿਲ ਕਰਦਾ ਕਿ ਲਾਈਏ ਪੈਦਲ। ਜਦੋਂ ਪੈਸੇ ਨਹੀਂ ਘਰ ਹੋਣੇ ਪਿੱਛੇ ਇੰਨੇ 4000 ਯੂਰੋ ਪਾਕਿਸਤਾਨੀ 10 ਲੱਖ ਰੁਪਇਆ ਬਣਦਾ, 8-10 ਲੱਖ ਕਿੱਥੋਂ ਕਰਨਗੇ ਇੰਨੇ ਦਿਲ ਕੀ। ਤਾਂ ਮੈਂ ਪਿੱਛੋਂ ਲਾ ਕੇ ਆਇਆ ਹਾਂ ਇੰਨੇ ਅੱਗੇ ਉਹਨੇ ਆਦਿ ਜਿੰਨੇ। ਅਤੇ ਉਹ ਆਪਣਾ 8-10 ਦਿਨ ਗੁਜ਼ਰ ਗਏ ਇਵੇਂ ਹੀ, ਮਤਲਬ ਜਿਵੇਂ ਕਿ ਰੋਟੀ ਪਾਣੀ ਜਿਹੋ ਜਿਹਾ ਵੀ ਨਿਜ਼ਾਮ ਸੀ। ਫਿਰ ਮੈਂ ਘਰੋਂ ਨਹੀਂ ਪੈਸੇ ਮੰਗਵਾਏ ਨਾ, ਇਵੇਂ ਹੀ ਫਿਰ ਵਾਕਬੀ ਤਾਂ ਹੋ ਗਈ ਬੜੀ ਐਵੇਂ। ਫਿਰ ਉਹ ਸਮਾਨ ਦੇਣ ਵਾਲੇ ਮੈਂ ਆਪਣਾ ਕਾਰਟ ਬਣਵਾ ਲਿਆ ਉੱਥੇ। ਉਹਦੇ ਵਿੱਚ ਮੇਰੇ ਕਾਰਟ 'ਤੇ ਆਉਂਦੇ ਸਨ, ਆਟਾ ਆਉਂਦਾ ਸੀ, ਮੁਰਗੀ ਆਉਂਦੀ ਸੀ, ਚੌਲ ਆਉਂਦੇ ਸਨ, ਇਹ ਸਮਾਨ ਖਾਣ ਪੀਣ ਵਾਲਾ ਨਾ ਫਲੂਟ ਆਉਂਦੇ ਸਨ, ਅਤੇ ਦੁੱਧ ਆਉਂਦਾ ਸੀ ਉਹ ਕਾਰਟ 'ਤੇ। ਹਾਂਜੀ, ਹਫ਼ਤੇ ਬਾਅਦ। ਅਤੇ ਉਹ ਕਾਰਟ 'ਤੇ ਮੈਂ ਸਮਾਨ ਲੈ ਆਉਣਾ, ਦੂਸਰਿਆਂ ਨੇ ਪੈਸੇ ਪਾ ਕੇ ਉਦੋਂ ਆਪਣਾ ਸਮਾਨ ਲੈ ਆਉਣਾ। ਅਸੀਂ ਰਲ ਕੇ ਫਿਰ ਬਣਾ ਲੈਂਦੇ ਸਾਡੀ ਇੱਕ ਟਾਈਮ।
ਇਵੇਂ ਹੀ ਅਸੀਂ ਨਾ ਤਕਰੀਬਨ 15-20 ਦਿਨ ਕੱਢੇ। ਮੈਂ ਕਿਹਾ ਹੁਣ ਮੈਂ ਗੇਮ ਨਹੀਂ ਲਾਣੀ, ਜੋ ਮਰਜ਼ੀ ਹੋ ਜਾਏ। ਫਿਰ ਮੈਂ 1 ਮਹੀਨੇ ਬਾਅਦ ਗੇਮ ਲਾਈ। ਇਵੇਂ ਦਿਲ ਲੱਗ ਗਿਆ ਸੀ ਉੱਥੇ, ਦਿਨੇ ਖੇਡੀ ਜਾ। ਨਹੀਂ, ਮੇਰਾ ਜ਼ੇਨ ਸੀ ਜੋ ਮਰਜ਼ੀ ਹੋ ਜਾਵੇ। ਮੇਰੇ ਘਰ ਦੇ ਫਿਰ ਕਹਿਣ ਮਹੀਨਾ ਲੰਘ ਗਿਆ ਨਾ, ਘਰ ਦੇ ਕਹਿਣ ਵਾਪਸ ਚਲਾ ਜਾ ਯੂਨਾਨ। ਮੈਂ ਇਹ ਨਹੀਂ ਹੋ ਸਕਦਾ, ਮੈਂ ਜਾਣਾ ਤਾਂ ਅੱਗੇ ਜਾਣਾ, ਪਿੱਛੇ ਵਾਲਾ ਸੀਨ ਕੋਈ ਨਹੀਂ ਹੈ। ਮੈਂ ਕਿਹਾ ਮੇਨ ਸਾਡਾ ਮਕਸਦ ਹੀ ਜਰਮਨੀ ਜਾਣਾ, ਜਰਮਨੀ ਸ਼ੌਕ ਪਾਕਿਸਤਾਨ ਨੂੰ ਲੈ ਕੇ ਤੇ ਤੋੜ ਇਟਲੀ ਤੇ ਕਰਾਣਾ ਸ਼ੌਕ ਇਹ ਜਰਮਨੀ ਦਾ ਹੀ ਰੱਖਿਆ ਕਿਸੇ। ਨਹੀਂ, ਹੁਣ ਮੈਂ ਜਰਮਨੀ ਪੇਪਰ ਹੀ ਨਹੀਂ ਦਿੰਦਾ ਮੈਂ, ਫਿਰ ਤੇ ਉੱਥੇ ਫਿਰ ਟਾਈਮ ਵੀ ਭੰਨਣਾ ਪੈਣਾ, ਟੈਨਸ਼ਨ ਬੜੀਆਂ ਨੇ। ਤੇ ਮੈਂ ਕਿਹਾ ਇੱਥੇ ਪੇਪਰ ਲੈ ਕੇ ਫਿਰ ਜਾਵਾਂਗੇ ਜਰਮਨੀ। ਤੇ ਫਿਰ ਆਪਣਾ ਜਰਮਨੀ ਦਾ ਸ਼ੌਕ ਸੀ। ਮੈਂ ਕਿਹਾ ਜੋ ਮਰਜ਼ੀ ਹੋ ਜਾਵੇ, ਜੇ ਤੇ ਡੱਬਾ ਜਾਏਗਾ, ਜੇ ਜਰਮਨੀ ਜਾਵਾਂਗੇ। ਖੈਰ ਅੱਲਾਹ ਪਾਕ ਨੇ ਕਾਮਯਾਬ ਕਰਨਾ ਸੀ। ਫਿਰ ਅਸੀਂ ਨਿਕਲੇ ਹਾਂ। ਤਕਰੀਬਨ ਮੇਰੇ ਭਰਾ ਨੇ ਭੇਜਿਆ 100 ਯੂਰੋ। ਮੈਂ 100 ਯੂਰੋ ਦੀ ਹੀ ਮਾਰਕੀਟ ਲੈ ਲਈ। ਮੈਂ ਕਿਹਾ ਰਾਹ 'ਚ ਭੁੱਖਾ ਨਹੀਂ ਰਹਿਣ ਹੁੰਦਾ। 100 ਯੂਰੋ ਦੀ ਮਾਰਕੀਟ ਲਈ ਗਏ ਹਾਂ। ਤਕਰੀਬਨ ਉੱਥੋਂ ਕੈਂਪ 'ਚੋਂ ਨਿਕਲੇ ਹਾਂ। ਕਿੰਨੇ ਬੰਦੇ ਹੋਏ ਇਸ ਵਾਰੀ? ਇਸ ਵਾਰੀ ਸਾਂ ਅਸੀਂ 27। ਆਪਣਾ ਉੱਥੋਂ ਅਸੀਂ ਟੈਕਸੀਆਂ 'ਚ, ਅੱਧੇ ਟੈਕਸੀਆਂ 'ਚ, ਅੱਧੇ ਪੈਦਲ, ਜਿਹੜੇ ਪੈਸੇ ਬਚਾਉਂਦੇ ਸਨ ਨਾ ਉਹ ਪੈਦਲ। ਅਤੇ ਉੱਥੇ ਅਸੀਂ ਬਿਹਾਰ ਸਾਨੂੰ 3-4 ਦਿਨ ਲੱਗ ਗਏ। ਇਵੇਂ ਜੀਆਂ ਦੇ ਪੈਸੇ ਨਹੀਂ ਸਨ ਲੱਗਦੇ ਆ ਪਾਕਿਸਤਾਨੋਂ। ਉਦੋਂ ਵੱਡੀ ਈਦ ਦਾ ਦਿਨ ਸੀ। ਵੱਡੀ ਈਦਾਂ ਵੀ ਬਾਹਰ ਹੀ ਗੁਜ਼ਾਰੀਆਂ। ਇੱਦਾਂ ਤਾਂ ਇਹੋ ਜਿਹੀ ਗੁਜ਼ਰੀ ਹੈ ਕਿ ਮੈਂ ਆਪਣੀ ਜ਼ਿੰਦਗੀ 'ਚ ਇਹੋ ਜਿਹੀ ਸੋਚੀ ਨਹੀਂ ਸੀ। ਕੱਪੜੇ ਇਤਨੇ ਗੰਦੇ। ਈਦ ਵਾਲੇ ਦਿਨ ਉੱਠਿਆ, ਸਭ ਦੇ ਇਹੋ ਜਿਹੇ ਸਨ, ਮੇਰੇ ਇਕੱਲੇ ਦੇ ਨਹੀਂ। ਜਿਤਨੇ 1500-2000 ਜੀ ਸੀ ਉਹਦੇ ਕੈਂਪ 'ਚ, ਸਭ ਦੇ ਇਹੋ ਜਿਹੇ ਸਨ। ਉਹਨਾਂ ਕਈਆਂ ਨੂੰ ਦਿੱਤੇ ਨੇ ਨਵੇਂ ਕੱਪੜੇ, ਨਵੇਂ ਵੀ ਕੀ ਉਹ ਪੁਰਾਣੇ ਹੀ ਸਨ, ਐਵੇਂ ਮਾਮੂਲੀ ਤੌਰ 'ਤੇ ਉਹ ਕੈਂਪ ਵਾਲਿਆਂ ਨੇ ਦਿੱਤੇ ਵੀ ਸਨ ਕਈਆਂ ਨੂੰ। ਇਵੇਂ ਵੱਡੀ ਈਦ ਦੇ ਦਿਨਾਂ 'ਚ ਨਾ ਸਰਵਿਸ ਬੰਦ ਹੋਈ ਸੀ, ਕਈਆਂ ਦੇ ਪੈਸੇ ਨਹੀਂ ਸਨ ਲੱਗਦੇ। ਇੱਦੋਂ ਅਗਲੇ ਦਿਨ ਅਸੀਂ ਬਿਹਾਰ ਵਾਸਤੇ ਟੈਕਸੀ ਕਰਾਈਆਂ, ਨਿਕਲ ਕੇ ਬਿਹਾਰ ਗਏ ਹਾਂ। ਤਕਰੀਬਨ ਸਾਰਾ ਦਿਹਾੜੀ ਫਿਰ ਟੁਰ ਕੇ ਇਵੇਂ ਟਾਈਮ ਗੁਜ਼ਾਰ ਕੇ ਸ਼ਾਮੀ ਫਿਰ ਉਹ ਆਪਣਾ ਮੁਰਗੀ ਲੈਣੀ। ਮੁਰਗੀ ਲਿਆ ਕੇ ਉਹ ਕਲੀ ਨਹੀਂ ਹੁੰਦੀ, ਕਲੀ 'ਚ ਮਸਾਲੇ ਮਸੂਲੇ ਲਾ ਕੇ, ਕਲੀ 'ਚ ਲਵੇਟ ਕੇ, ਅੱਗ ਦੇ ਕੋਲੇ ਬਣਾ ਕੇ, ਟੋਇਆ ਕੱਢ ਕੇ, ਕਲੀ ਵਿੱਚ ਥੱਲੇ ਅੱਧੇ ਕੋਲੇ, ਅੱਧੇ ਉੱਤੇ ਕੋਲੇ ਪਾ ਕੇ, ਅਤੇ ਉਹ 2-3 ਦਿਨ ਤੇ ਇਵੇਂ ਕੰਮ ਚਲਾਇਆ ਨਾ। ਰਾਤ ਨੂੰ ਬਣਾ ਲੈਂਦੇ ਸਾਂ, ਸੁਬਾਹ ਨਾਸ਼ਤਾ ਹੋਰ ਕਿਸੇ ਪਾਸਤਾ ਹੋ ਗਿਆ, ਪੀਜ਼ਾ, ਇਹ ਖਾ ਲਿਆ ਦਿਨੇ। 2-3 ਦਿਨ ਇਵੇਂ ਗੁਜ਼ਾਰੇ ਅਤੇ ਅਸੀਂ ਫਿਰ ਨਿਕਲੇ ਹਾਂ। ਸਾਡਾ ਦਿਨ ਪਤਾ ਕੀ ਸੀ, ਅਸੀਂ ਕਿਹਾ ਜਿਵੇਂ ਅਸੀਂ ਜ਼ਲੀਲ ਹੋ ਗਏ ਨਾ 2-3 ਦਿਨ, ਉਮੀਦ ਆ ਕਿ ਐਤਕੀ ਪਹੁੰਚ ਜਾਵਾਂਗੇ। ਅਤੇ ਫੁੱਲ ਯਕੀਨ ਵੀ ਸੀ, ਜਿਵੇਂ ਕਿ ਡਿੰਕਰ ਸੀ ਨਾ, ਪੂਰਾ ਸ਼ਹਿਜ਼ਾਦਾ ਆਦਮੀ ਸੀ। ਉਹਨੂੰ ਅਸੀਂ 1000 ਰੁਪਈਆ ਦੇਣਾ ਸੀ ਪਹੁੰਚ ਕੇ। ਉਹਨੇ ਵਾਅਦਾ ਕੀਤਾ ਸੀ ਜੇ ਗੁਜ਼ਰ 9ਵਾਂ ਦਿਨ ਹੋ ਗਿਆ ਨਾ, ਅਤੇ ਪੈਸੇ ਨਾ ਦੇਈ ਤੂੰ ਮੈਨੂੰ, ਇੰਨਾ ਉਹਨੇ ਵਾਅਦਾ ਕੀਤਾ। ਹਾਂ, ਉਹਨੇ ਕਿਹਾ ਸੀ ਅਤੇ ਪਹੁੰਚਾਉਣਾ ਵੀ ਹੈ ਸੀ। ਅੱਗੇ ਅਸੀਂ ਲੋਕੇਸ਼ਨ 'ਤੇ ਗਏ ਹਾਂ 4 ਦਿਨਾਂ ਬਾਅਦ, 71 'ਤੇ ਪਹੁੰਚੇ ਹਾਂ। ਅਤੇ ਐਤਕੀ ਗਏ ਹਾਂ 2 ਦਿਨਾਂ 'ਚ 71 ਵਾਲੇ ਕੋਲ ਚਲੇ ਗਏ ਸਾਂ। ਕਿਵੇਂ ਗਏ ਹਾਂ ਮੈਂ ਦੱਸਦਾ। ਉੱਥੋਂ ਸਮਾਨ ਸਮੂਨ ਲਿਆ। ਦੂਸਰੇ-ਤੀਸਰੇ ਦਿਨ ਅਸੀਂ ਦਿਨੇ ਨਿਕਲੇ 2 ਵਜੇ ਉੱਥੋਂ ਸ਼ਹਿਰ 'ਚੋਂ, ਜੰਗਲੀ ਹੋ ਕੇ, ਕਬਰਸਤਾਨ ਹੋ ਕੇ, ਮਤਲਬ ਜਿਹੋ ਜਿਹਾ ਵੀ ਹਾਲਾਤ ਸਨ। ਅਸੀਂ ਪਹਾੜੀ ਚੜ੍ਹੇ ਹਾਂ ਐਤਕੀ ਹੋਰ ਪਾਸਿਓਂ, ਉਦੋਂ ਪਾਸਿਓਂ ਨਹੀਂ, ਐਤਕੀ ਹੋਰ ਪਾਸਿਓਂ ਪਹਾੜੀ ਚੜ੍ਹੇ ਹਾਂ। ਤਕਰੀਬਨ ਇੱਕ ਰਾਤ 'ਚ ਚੜ੍ਹ ਗਏ ਸਾਂ ਅਸੀਂ ਪਹਾੜੀ। ਅਤੇ ਇੱਕ ਅਗਲਾ ਦਿਨ 1 ਵਾਲੇ ਤੱਕ ਉਹਦੀ ਲੋਕੇਸ਼ਨ ਬੜੀ ਜਿਹੜੀ ਹੈ ਨਾ ਸੇਫ ਵੀ ਸੀ ਅਤੇ ਸ਼ਾਰਟਕਟ ਸੀ। ਅਤੇ 2 ਦਿਨਾਂ 'ਚ 1 ਵਾਲਾ ਕ੍ਰਾਸ ਕਰ ਲਿਆ ਇੱਥੋਂ। ਮੇਨ ਸਾਡਾ ਜਿਹੜਾ ਲੋਕੇਸ਼ਨ ਚੱਲਦੀ ਹੈ ਨਾ, ਬਾਰਡਰ ਤੋਂ ਸ਼ੁਰੂ ਹੁੰਦੀ। ਇੱਕ ਦਿਨ ਅਸੀਂ 1 ਵਾਲਾ ਕ੍ਰਾਸ ਕੀਤਾ, ਅਗਲੇ ਦਿਨ ਉਹਦਾ ਆਇਆ ਡਾਇਰੈਕਟ 73 ਵਾਲਾ, 75 ਵਾਲਾ ਅਤੇ 73 ਵਾਲਾ ਬਿਲਕੁਲ ਨਾਲ ਨੇ, 10-15 ਮਿੰਟਾਂ ਦਾ ਫਰਕ ਹੈ ਬਸ। ਅਸੀਂ 71 ਵਾਲਾ ਕ੍ਰਾਸ ਕੀਤਾ। ਕ੍ਰਾਸ ਕਰਕੇ ਨਾ 3 ਰਾਤ ਟੁਰੀ ਜਾ ਰਹੇ ਹਾਂ, ਅੱਖਾਂ 'ਚ ਨੀਂਦ ਰੜ ਕੇ ਅਤੇ ਟੁਰੀ ਜਾ ਰਹੇ ਹਾਂ, ਕੁਛ ਸਮਝੋ ਬਾਹਰ। ਹਾਂ, ਇਵੇਂ ਦਿਨੇ ਰਾਤ ਨੂੰ ਵੀ ਟੁਰਨਾ, ਜਿੱਥੇ ਪਈਆਂ ਤੋਂ ਰਾਤ ਨੂੰ ਟੁਰਨਾ, ਦਿਨੇ ਜੰਗਲ 'ਚ ਟੁਰਨਾ। ਅਤੇ ਇਤਨੀ ਕੁ ਖਾਈ 'ਚੋਂ ਅਸੀਂ ਦਿਨੇ ਟੁਰ ਰਹੇ ਸਾਂ। ਤਕਰੀਬਨ ਅਗਲੇ ਦਿਨ ਨਾ ਦਿਨੇ ਟੁਰ ਰਹੇ ਸਾਂ ਜੰਗਲ 'ਚ, ਅਤੇ ਸਾਨੂੰ ਆਪੋ ਨਹੀਂ ਪਤਾ ਲੱਗਾ। ਪੁਲਿਸ ਵਾਲਾ ਇਵੇਂ ਗਨ ਖੜੀ ਕਰਕੇ ਨਾ, ਸਭ ਤੋਂ ਅੱਗੇ ਡਿੰਕਰ ਸੀ। ਮੈਂ ਵਿਚਕਾਰ ਸਾਂ ਨਾ, ਅਤੇ ਅੱਗੇ ਡਿੰਕਰ ਖਲੋ ਗਿਆ। ਮੈਂ ਕਿਹਾ ਕੀ ਹੋਇਆ? ਉਹਦੇ ਨਾਲ ਵਾਹਵਾ ਸਲਾਮ ਦੁਆ ਸਾਡੀ ਬਣ ਗਈ ਸੀ। ਜ਼ਿਆਦਾਤਰ ਆਉਣਾ ਸੀ ਅਤੇ ਮੰਡੀ ਦਾ ਸੀ। ਅਤੇ ਮੈਂ ਕਿਹਾ ਉਸਤਾਦ ਜੀ ਕੀ ਹੋਇਆ ਜੇ? ਉਹ ਪਿਛਲੇ ਵੀ ਪੁੱਛਣ ਕੀ ਹੋਇਆ? ਮੈਂ ਕਿਹਾ ਪਤਾ ਨਹੀਂ ਯਾਰ, ਰੁਕ ਗਏ ਨੇ ਸਾਰੇ। ਰਾਤ ਦਾ ਟਾਈਮ ਸੀ ਨਾ, ਦਿਨੇ 4 ਵਜੇ ਦਾ, ਸ਼ਾਮੀ 4 ਵਜੇ ਦਾ। ਪੁਲਿਸ ਇੱਕ ਹੀ ਪੁਲਿਸ ਵਾਲਾ ਜਿਹਨੇ ਗਨ ਰੱਖੀ? ਹਾਂਜੀ,
ਨਹੀਂ ਫੜ ਲਿਆ ਸਾਰਿਆਂ ਨੂੰ? ਉਹ ਮੈਨੂੰ ਸ਼ੱਕ ਹੈ ਹੋਰ ਹੀ ਪੁਲਿਸ ਸੀ, ਫੌਜ ਸੀ ਕੋਈ ਹੋਰ ਹੀ ਤਰ੍ਹਾਂ ਦੀ, ਮਤਲਬ ਜਿਵੇਂ ਕਿ ਸਾਡੀ ਨਹੀਂ ਰੇਂਜਰ ਡੋਲਫਨ ਵਾਲੀ, ਇਹੋ ਜਿਹੀ ਵਰਦੀਆਂ। ਤੇ ਕੋਈ ਜਰਮਨੀ ਦਾ ਸੀ, ਕੋਈ ਫਰਾਂਸ ਦਾ ਸੀ, ਕੋਈ ਇਟਲੀ ਦਾ ਸੀ, ਯੂਰਪ ਦੇ ਸਨ ਸਾਰੇ ਉਹ ਜਿਨ੍ਹਾਂ ਨੇ ਫੜਿਆ ਸੀ ਸਾਨੂੰ। ਅੱਛਾ ਅੱਛਾ ਅੱਛਾ। ਗੰਨਾ ਕੱਸ ਕੇ ਇੱਕ ਖਲੋਤਾ ਤੇ ਇੱਕ ਸਾਡੇ ਤੋਂ ਜਦੋਂ ਪਿੱਛੋਂ ਆਇਆ ਨਾ, ਉਹਨਾਂ ਨੇ ਪਿਛਲਿਆਂ ਨੂੰ, ਅਗਲਿਆਂ ਨਹੀਂ ਦੱਸਿਆ, ਡੈਂਕਰ ਨੇ ਵੀ ਨਹੀਂ ਦੱਸਿਆ ਸਾਨੂੰ ਪੁਲਿਸ ਪੈ ਗਈ ਹੈ। ਡੈਂਕਰ ਨੂੰ ਉਹਨੇ ਬੋਲਣ ਹੀ ਨਹੀਂ ਦਿੱਤਾ, ਉਹਨੇ ਕਿਹਾ ਇਵੇਂ ਇਸ਼ਾਰਾ ਕੀਤਾ ਚੁੱਪ, ਤੇ ਗਨ ਕੱਸੀ ਹੋਈ ਸਾਡੇ ਤੇ ਸਾਰਿਆਂ ਦੇ। ਤੇ ਅਸੀਂ ਕਿਹਾ ਚਲੋ ਸਾਹ ਮਿਲਿਆ, ਕੋਈ ਸਮਝ ਆਵੇ ਕੋਈ, ਮੈਂ ਹਰੇ ਕਿਤੇ ਇੱਥੇ ਬਿਠਾਉਣਾ। ਉਹ ਪੇ ਤੇ ਖਲੋਤਾ ਸੀ, ਉਹ ਉੱਥੇ ਚੌਂਕੀ ਵੀ ਹੈ ਸੀ ਅਕਸਰ ਜਿਹੜਾ ਨਾ, ਉਹ ਕਹਿੰਦਾ ਮੈਂ ਕਿੰਨੀ ਦਫਾ ਗੁਜ਼ਰਿਆ ਇੱਥੇ ਕੋਈ ਨਹੀਂ ਸੀ ਹੁੰਦਾ ਹੈ, ਅੱਜ ਪਤਾ ਨਹੀਂ ਕਿਵੇਂ ਖਲੋਤਾ ਹੈ। ਉਹ ਪਿੱਛੋਂ ਵੀ ਉਹਨਾਂ ਪੁਲਿਸ ਵਾਲੇ ਨੇ ਪਿੱਛੇ ਆ ਕੇ ਉਹਨਾਂ ਦੇ ਗਨ ਕੱਸ ਲਈ। ਉਹ ਜੰਗਲ 'ਚੋਂ ਆਇਆ ਸੀ, ਉਹਨਾਂ ਵੇਖ ਲਿਆ ਸੀ ਉਹਨਾਂ ਵੀ ਸਾਨੂੰ ਪਹਿਲੇ ਵੀ। ਜਿਸ ਟਾਈਮ ਉਹ ਵੇਖ ਲੈਣ ਨਾ, ਉਹ ਜਾਨ ਨਹੀਂ ਦਿੰਦੇ ਭਾਵੇਂ ਜੋ ਮਰਜ਼ੀ ਹੋ ਜਾਏ। ਫਿਰ ਸਾਡੇ ਨਾਲ ਸ਼ੁਗਲ ਮੇਲਾ ਲਾਉਣ ਲੱਗ ਪਏ, ਉਹਨਾਂ ਇੱਕ ਸਾਈਡ ਤੇ ਬਿਠਾ ਲਿਆ। ਉਹਨੇ ਕਿਹਾ ਖਾਓ ਪੀਓ ਜੋ ਸ਼ਾਇਦ ਖਾਣੀ ਪੀਣੀ ਹੈ। ਫਿਰ ਇੱਕ ਗੱਲ ਕਰਨੀ ਤਾਂ ਨਹੀਂ ਚਾਹੀਦੀ, ਬਾਕੀ ਚੱਲ ਜੇ ਉਹੋ ਜਿਹੀ ਹੋਈ ਤਾਂ ਕੱਟ ਦੇਵਾਂਗੇ, ਨਹੀਂ ਤਾਂ ਫਿਰ ਜੇ ਸਹੀ ਹੋਈ ਤਾਂ ਜਾਨ ਦੇਵਾਂਗੇ। ਹਾਂ, ਇੱਕ ਨਾ ਜੀ ਪਿਸ਼ਾਬ ਕਰਨ ਗਿਆ। ਅੱਛਾ। ਖਲੋ ਕੇ ਪਿਸ਼ਾਬ ਕਰਕੇ ਆ ਗਿਆ। ਅੱਛਾ। ਇੱਕ ਗਿਆ, ਉਹ ਬਹਿ ਕੇ ਪਿਸ਼ਾਬ ਕੀਤਾ ਉਹਨੇ। ਅੱਛਾ। ਉਹ ਜਿਹੜਾ ਪੁਲਿਸ ਵਾਲਾ ਸੀ ਨਾ, ਉਹਨੇ ਬੜਾ ਇੰਟਰਸਟ ਲਿਆ। ਉਹਨੇ ਕਿਹਾ ਕੀ ਹੈ, ਇਹ ਮੁਸਲਮਾਨ ਹੈ ਸਾਈਂ ਹੈ ਜਿਹਨੇ ਖਲੋ ਕੇ ਕੀਤਾ। ਅੱਛਾ। ਉਹਨੇ ਸਾਨੂੰ ਪੁੱਛਿਆ, ਅਸੀਂ ਪੁਲਿਸ ਵਾਲੇ ਨੇ ਸ਼ੁਗਲ ਮੇਲੇ 'ਚ ਨਹੀਂ, ਉਹਨੇ ਕਿਹਾ ਦੋਵੇਂ ਮੁਸਲਮਾਨ ਨੇ। ਕਹਿੰਦਾ ਇਹ ਫਿਰ ਕਿਉਂ ਜੀ? ਮੁਸਲਮਾਨ ਤੇ ਮਤਲਬ ਇਹ ਜਿਵੇਂ ਖਲੋ ਕੇ ਕੀਤਾ ਸਾਰੇ ਕੱਪੜੇ ਪਲੀਤ ਹੋ ਜਾਂਦੇ ਨੇ, ਬਹਿ ਕੇ ਉਹਨੇ ਬੜੀ ਸੋਹਣੀ ਤਰ੍ਹਾਂ ਪਿਸ਼ਾਬ ਕੀਤਾ। ਉਹਨੇ ਇੰਗਲਿਸ਼ 'ਚ ਪੁੱਛਿਆ ਸਾਨੂੰ। ਅੱਛਾ। ਤੇ ਉਹ ਅੱਗੇ ਉਹਨੇ ਜਵਾਬ ਦਿੱਤਾ, ਜਿਹੜਾ ਖਲੋ ਕੇ ਕਰਕੇ ਆਇਆ ਸੀ ਉਹ ਬੜਾ ਸ਼ਰਮਿੰਦਗੀ ਜੀ ਉਹਨੂੰ ਮਹਿਸੂਸ ਹੋਈ ਹੈ। ਕਹਿੰਦਾ ਫੜਦਿਆਂ ਸਾਰ ਬੇਇੱਜ਼ਤ ਕਰਤਾ ਇਹਨਾਂ ਤੇ, ਮਾਰਨਾ ਕੀ ਹੈ। ਨਹੀਂ ਬੰਦੇ ਚੰਗੇ ਹਨ ਐਤਕੀ ਜਿੱਦਾਂ ਤੁਹਾਨੂੰ ਕਿ ਉਹਨਾਂ ਪੂਰੀ ਇੱਜ਼ਤ ਕੀਤੀ ਸਾਡੀ। ਯੰਗ ਮੁੰਡੇ ਸਨ, ਯੰਗ ਨਾਈਸ ਪੜ੍ਹੇ ਲਿਖੇ ਹੋਣੇ ਨੇ ਨਾ, ਤਾਂ ਹੀ ਸਾਨੂੰ ਪਤਾ ਕੀ ਕਹਿੰਦੇ ਸਨ, ਦੁਬਾਰਾ ਫਿਰ ਕੋਸ਼ਿਸ਼ ਕਰੋ ਪਰ ਸਾਡੀ ਨਜ਼ਰਾਂ 'ਚ ਨਾ ਆਇਓ। ਕਿਹੜਾ ਹੀ ਜਾਣਦੇ ਤੁਹਾਨੂੰ, ਬੜੀ ਕੋਸ਼ਿਸ਼ ਕੀਤੀ ਭਾ। ਉਹਨੂੰ ਕਿ ਜਾਣਦੇ ਵਾਲਾ ਮਿਹਰਬਾਨੀ ਹੈ ਤੇਰੀ ਜਾਨ। ਤਰਲਾ ਕਰਦੇ ਹੋ ਸਕਦਾ ਜਾਣਦੇ ਨਹੀਂ ਨਾ ਜੀ, ਬੜੇ ਤਰਲੇ ਕੀਤੇ ਨੇ। ਫਿਰ ਜੀ ਦੱਸਣ ਪੜ੍ਹੇ ਲਿਖੇ ਸਨ ਸਾਡੇ ਨਾਲ ਜੀ ਕਿਤਨੇ। ਅੱਛਾ। ਉਹ ਯੂਨੀਵਰਸਿਟੀ 'ਚ ਲਾਹੌਰ ਪੜ੍ਹਦੇ ਸਨ ਕਈ। ਅੱਛਾ, ਪੜ੍ਹੇ ਲਿਖੇ ਮੁੰਡੇ ਵੀ ਆਏ ਤੁਹਾਡੇ ਨਾਲ? ਹਾਂਜੀ, ਉਹ 16 ਪੜ੍ਹੇ ਹੋਏ ਸਾਡੇ ਨਾਲ ਡੈਂਕੀ ਲਾਈ ਉਹਨਾਂ ਨੇ। ਤੇ ਉਹ ਫਿਰ ਇੰਗਲਿਸ਼ 'ਚ ਉਹਨਾਂ ਨੂੰ ਦੱਸਦਾ ਸੀ ਕਿ ਮੈਂ ਲਾਹੌਰ 'ਚ ਉਹ ਕੀਤੀ ਹੈ, ਯੂਨੀਵਰਸਿਟੀ 'ਚ ਕੋਰਸ ਕੀਤਾ ਹੈ। ਇੱਕ ਦੱਸ ਰਿਹਾ ਪਿੰਡੀ 'ਚ। ਫਿਰ ਉਹਨਾਂ ਨੇ ਆਪਣੇ ਹਾਲਾਤ ਵੀ ਦੱਸੇ, ਇਵੇਂ ਟੈਨਸ਼ਨ ਪਰੇਸ਼ਾਨੀਆਂ ਤਾਂ ਕਰਕੇ। ਫਿਰ ਪੁਲਿਸ ਵਾਲੇ ਕਹਿੰਦੇ ਨੇ ਅੱਗੋਂ ਆਓਗੇ ਨਾ, ਅੱਗੋਂ ਸਾਡੀ ਨਜ਼ਰਾਂ 'ਚ ਨਾ ਆਇਓ, ਧਿਆਨ ਨਾਲ ਲੰਘ ਜਾਏ। ਸਾਡੀ ਨਜ਼ਰਾਂ 'ਚ ਆ ਜਾਓ ਨਾ, ਸਾਡੀ ਮਜਬੂਰੀ ਹੈ ਪੜ੍ਹਨਾ। ਉੱਤੋਂ ਸਖਤ ਆਰਡਰ ਨੇ। ਹੁਣ ਫਿਲਹਾਲ ਤੁਹਾਨੂੰ ਰਿਪੋਰਟ ਕਰਾਂਗੇ। ਉਦੋਂ ਵੀ ਸਾਨੂੰ ਇਹੋ ਜਿਹਾ ਸੀਨ ਹੋ ਗਿਆ ਸੀ। 26 ਜੀ ਸਾਨੂੰ ਕੁੰਬੀ 'ਚ ਪਾਇਆ ਸਾਨੂੰ। ਅੱਛਾ, ਥੋੜੀ ਜਿਹੀ ਆਪਾਂ ਤਾਂ ਪੁੱਛਣਾ, ਉਹ ਇਟਲੀ ਕਿੰਨਾ ਦੂਰ ਰਹਿ ਗਿਆ ਸੀ? ਉਹ ਅਸੀਂ ਤਾਂ ਨੇੜੇ ਵੀ ਫੜੇ ਗਏ ਸਾਂ ਇੱਕ ਸਾਲ ਦਾ। 3-4 ਦਿਨਾਂ ਬਾਅਦ ਫੜੇ ਗਏ ਸਾਂ, ਤੁਹਾਨੂੰ ਦੱਸਿਆ ਨਹੀਂ। ਤੇ ਕੁੰਬੀ 'ਚ ਉਹਨਾਂ ਪਾਇਆ ਸਾਨੂੰ, ਫੁੱਲ ਧੁੱਪ ਨਿਕਲੀ ਕੜਾਕੇ ਦੀ। ਤੇ ਉਹਨਾਂ ਧੁੱਪੇ ਖਿਲਾਰਤਾ। 3-4 ਜੀ ਨਾ ਬੇਹੋਸ਼ ਹੋ ਗਏ ਵਿੱਚੇ, ਮੈਂ ਵੀ। ਸਹੀ ਹੈ ਅਸਲੀ ਹਕੀਕਤ ਨਾ, ਝੂਠਾ ਨਹੀਂ, ਹਕੀਕਤ। ਮੇਰੇ ਨਾਲ ਦਿਆਂ ਨੇ ਨਾ ਸਾਰਿਆਂ ਨੇ ਦਰਵਾਜ਼ੇ ਪਿੱਟ ਤੇ ਉਹ ਬੂਹਾ ਖੜਕਾਵੇ, ਧੁੱਪ 'ਚ ਜੰਗਲ 'ਚ ਖਿਲਾਰ ਕੇ ਆਪ ਸਿਗਰਟ ਪੀ ਰਹੇ ਨੇ, ਬਾਹਰ ਇੰਜੋਏ ਕਰ ਰਹੇ ਨੇ। ਤੇ ਉਹਨਾਂ ਕਿਹਾ, ਫਿਰ ਉਹਨਾਂ ਖੋਲ੍ਹਿਆ, ਉਹਨਾਂ ਕਿਹਾ ਸਿਰਫ 1 ਘੰਟਾ ਸਬਰ ਕਰਨਾ ਪੈਣਾ ਤੁਹਾਨੂੰ, ਦਰਵਾਜ਼ਾ ਅਸੀਂ ਖੁੱਲ੍ਹਾ ਛੱਡ ਦਿੰਦੇ ਜੇ ਕਹਿੰਦੇ ਹੋ ਤਾਂ ਤੁਸੀਂ, ਤੇ ਤੁਹਾਨੂੰ ਉੱਥੇ ਲੈ ਜਾਂਦੇ। ਅਸੀਂ 4-5 ਤੇ ਮੈਂ ਇਤਨਾ ਉੱਠਣ ਜੋਗਾ ਹੋ ਗਿਆ ਨਾ, ਹਵਾ ਲੱਗੀ ਹੈ, ਸਾਹ ਆਇਆ ਦਿਮਾਗ ਨੂੰ, ਐਸਾ ਸੁੰਨ ਹੋ ਗਿਆ ਸੀ। ਇੱਕ ਦੂਸਰੇ ਦੇ ਉੱਤੇ ਬੈਠੇ ਸਾਂ ਅਸੀਂ। ਉੱਥੇ 5 ਤੋਂ 8-10 ਜੀ ਬਹਿ ਸਕਦੇ ਨੇ, ਜਿਹਦੇ ਵਿੱਚ 26 ਜੀ ਬੈਠੇ ਸਾਂ ਇੱਕ ਦੂਸਰੇ ਦੇ ਉੱਤੇ। ਤੇ ਵਿੱਚ ਹੀ ਬੈਗ ਵੀ ਸਾਡੇ ਫੁੱਲ ਭਰੇ ਮਾਰਕੀਟਾਂ ਨਾਲ। ਇੱਥੋਂ ਸਾਨੂੰ ਉਹਨਾਂ ਨੇ ਰਿਪੋਰਟ ਕੀਤਾ, ਉਹ ਵੀ ਨੇੜੇ ਕਰਤਾ ਸੀ, ਮਸਜਿਦ ਵਾਲੇ ਪਿੰਡ ਹੀ। ਤੇ ਉਹਨਾਂ ਨੇ ਮਾਰਿਆ ਮੁਰਿਆ ਤਾਂ ਨਹੀਂ ਐਤਕੀ ਕੋਈ ਹੱਥ ਨਹੀਂ ਲਾਇਆ। ਸਹੀ ਹੈ, ਉਹਨਾਂ ਬਾਇਜ਼ਤ ਤਰੀਕੇ ਨਾਲ ਸਾਨੂੰ ਰਿਪੋਰਟ ਕੀਤਾ। ਐਤਕੀ ਬੂਟ ਵੀ ਨਹੀਂ ਲਏ ਆ ਉਹਨਾਂ ਨੇ। ਤੇ ਬੂਟ ਉਂਝ ਮੇਰੇ ਟੁੱਟ ਗਏ ਸਨ ਐਤਕੀ ਮੁਸੀਬਤ। ਇਵੇਂ ਦਿਨ ਰਾਤ ਟੁੱਟਦੇ ਰਹੇ ਹਾਂ। ਤੇ ਫਿਰ ਜੰਗਲ 'ਚ ਇਵੇਂ ਪੈਰ ਤਿਲਕਦੇ ਨੇ, ਪੱਥਰਾਂ 'ਤੇ ਵੱਜਦੇ ਨੇ, ਇਵੇਂ ਫਿਰ ਟੁੱਟ ਜਾਂਦੇ ਨੇ ਆਟੋਮੈਟਿਕ। ਤੇ ਉੱਥੋਂ ਉਹਨਾਂ ਨੇ ਕਿਹਾ ਆਪ ਆਪਣੇ ਬੈਗ ਚੁੱਕੋ ਤੇ ਅੱਗ ਟੋਇਆ ਕੱਢਿਆ ਹੁੰਦਾ ਨਾ ਅੱਗ ਵਾਲਾ, ਤੁਹਾਨੂੰ ਪਹਿਲੇ ਵੀ ਦੱਸਿਆ। ਆਪਣੇ ਮਤਲਬ ਬੈਗ ਵੀ ਸੁੱਟੋ ਤੇ ਆਪਣੀ ਜੈਕਟਾਂ ਵੀ ਸੁੱਟੋ। ਅੱਛਾ, ਫਿਰ ਅੱਗ ਲਾਈਆਂ ਉਹਨਾਂ ਨੇ? ਨਹੀਂ, ਐਤਕੀ ਬੂਟ ਸਾਨੂੰ ਦਿੱਤੇ ਬਕਾਇਆ। ਬੈਗਾਂ ਨੂੰ ਹਰ ਫੇਰੇ ਹੀ ਅੱਗ ਲਵਾਉਂਦੇ। ਇਹ ਤੇ ਕੋਈ ਨਸੀਬ ਵਾਲਾ ਸੋਚ, ਕੋਈ 5-10 ਜੀਆਂ ਨੂੰ ਬੈਗ ਵਾਪਸ ਦਿੰਦੇ ਨੇ। ਉਹਨਾਂ ਜੈਕਟਾਂ ਜੁਕਟਾਂ ਲਵਾ ਕੇ, ਇੱਕ ਟੀ-ਸ਼ਰਟ ਜਿਹੜੀ ਹੁੰਦੀ ਹੈ ਉਹ ਆਪਣਾ ਵਿੱਚ ਪਾਈ ਰੱਖੀ ਅਸੀਂ ਬਕਾਇਆ। ਹਰ ਸ਼ਾਇਦ ਅਸੀਂ ਆਪ ਹਾਂਜੀ ਆਗ 'ਚ ਸੁੱਟੀ ਹੈ। ਆਗ 'ਚੋਂ ਉਹਨਾਂ ਲਾਈਨ ਬਣਾਈ ਹੈ ਜੀ, ਪਿੱਛੇ ਨਾ ਰਹਿਣ।
ਉਹਨੇ ਕਿਹਾ ਐਤਕੀ ਫੇਰ ਮਾਰਾਂਗੇ। ਅੱਛਾ। ਤੇ ਕੋਈ ਅੱਗੇ ਪੁਲਿਸ ਵਾਲਾ ਕਹਿ ਰਿਹਾ ਸਕੂਨ ਨਾਲ ਟੁਰੋ, ਨੋ ਟੈਨਸ਼ਨ, ਨਹੀਂ ਤੁਹਾਨੂੰ ਮਾਰਾਂਗੇ। ਜਿਹੋ ਜੀ ਸਾਡੀ ਹਾਲਤ ਹੋ ਗਈ ਸੀ ਨਾ, ਉਹਨਾਂ ਨੇ ਮਾਰਨਾ ਵੀ ਨਹੀਂ ਸੀ ਆ। ਅੱਛਾ। ਤੇ ਕੋਈ ਇਵੇਂ ਡੇਕਦਾ ਟੁਕਦਾ, ਮਤਲਬ ਕਈ ਵਿੱਚ ਸਾਡੇ ਨਾਲ ਬਹਾਨੇ ਵੀ ਲਾਉਣ ਲੱਗ ਪਏ ਨਾ, ਮਤਲਬ ਇਹ ਵੀ ਐਕਟਿੰਗ ਕਰਨ ਕੇ ਸਾਨੂੰ। ਤੇ ਖਰਾਬ ਹੋ ਗਈ। ਹਾਂਜੀ, ਤੇ ਸਾਰਿਆਂ ਕੋਲੋਂ ਮੋਬਾਈਲ ਲੈ ਲਿਆ, ਇੱਕ ਨੇ ਨਾ ਨੱਪ ਲਿਆ ਮੋਬਾਈਲ, ਪਤਾ ਕਿੱਥੇ? ਹਾਂਜੀ, ਖੂਨ ਨਿਕਲਿਆ ਸੀ ਉਹਦੇ ਹੱਥ ਤੇ ਨਾ, ਕਾਂਡੇ ਵੱਜੇ ਸਨ। ਉਹਨੇ ਤੇ ਪੱਟ ਤੇ ਨਾ ਆਪਣੀ ਟਰੋਜ਼ਰ ਤੇ ਖੂਨ ਲਾ ਕੇ ਨਾ, ਤੇ ਉਹ ਨਹੀਂ ਹੁੰਦਾ ਗੁੱਟ ਆਹੋ ਹੱਥ ਲਾ ਉਹ ਚਾੜ ਲਿਆ ਉੱਤੇ ਜਿਵੇਂ ਪੱਟੀ ਲਾਈ। ਹਾਂਜੀ, ਉਹ ਚਾੜ ਕੇ ਤੇ ਵਿੱਚ ਉਹ ਮੋਬਾਈਲ ਤੁੰਨ ਲਿਆ। ਅੱਛਾ। ਮੋਬਾਈਲ ਵਾਵਾ ਮਹਿੰਗਾ ਸੀ ਉਹ। ਹਾਂ। ਤੇ ਮੋਬਾਈਲ ਲੰਗੜਾ ਹੋ ਕੇ ਟੁਰੀ ਜਾਵੇ। ਅੱਛਾ। ਉਹਨੇ ਉਹਦੀ ਤਲਾਸ਼ੀ ਵੀ ਕੋਈ ਨਾ ਲਈ ਤੇ ਇਵੇਂ ਹਾਂ ਬਿਲਕੁਲ। ਉਹ ਕਹਿੰਦਾ ਮੈਨੂੰ ਸੱਟ ਬੜੀ ਕੁੱਜੀ ਲੱਗੀ। ਅੱਛਾ। ਉਹਨੇ ਦੱਸਿਆ ਨਾ, ਉਹਨੇ ਕਿਹਾ ਸਹੀ ਹੈ ਤੂੰ ਜਾ ਜਾਨ ਛੱਡ। ਇਵੇਂ ਸਾਨੂੰ ਲੈਣ 'ਚ ਲਾ ਕੇ ਨਾ, ਇਵੇਂ ਉਹਨਾਂ ਨੇ ਕਿਹਾ ਇਹ ਪਿਆ ਜਾਂਦਾ ਤੋੜ ਬੋਸਨੀਆ 'ਚ ਵੜੇਗਾ ਜਾ। ਅੱਛਾ, ਜਿਹੜੇ ਮੋਬਾਈਲ ਲੈਂਦੇ ਉਹਨਾਂ ਨੂੰ ਵੀ ਸਾੜ ਖੜਦੇ ਨੇ? ਉਹ ਜਿਹੜਾ ਉਹ ਪਸੰਦ ਆ ਜਾਵੇ ਉਹਨਾਂ ਨੂੰ ਉਹ ਰੱਖ ਲੈਂਦੇ ਨੇ, ਜਿਹੜਾ ਕਿਸੇ ਕੰਮ ਦਾ ਨਾ ਹੋਵੇ ਐਵੇਂ ਅੱਗ 'ਚ ਸੁੱਟ ਦਿੰਦੇ ਨੇ। ਇੱਕ ਜੀ ਨੇ ਪਾਏ ਸਨ 2 ਟਰੋਜ਼ਰ। ਅੱਛਾ। ਉਤਲੇ ਟਰੋਜ਼ਰ 'ਚ ਨਾ ਉਹਨੇ ਪੈਸੇ ਵੀ ਪਾਏ ਸਨ, ਤਕਰੀਬਨ 70 ਯੂਰੋ ਇੱਕ, 60 ਕੈਮ ਇੱਕ। ਉਹ ਗਰੀਬ ਨੂੰ ਯਾਦ ਹੀ ਨਹੀਂ ਰਹੇ ਕੱਢਣੇ 70 ਜਿਹੜੇ ਯੂਰੋ ਵੀ ਕੈਮ ਵੀ ਸਾਰੇ ਵਿੱਚ ਹੀ ਸੁੱਟ ਦਿੱਤੇ। ਬਾਅਦ 'ਚ ਉਹਨੂੰ ਚੇਤਾ ਆਇਆ, ਮੈਂ ਕਿਹਾ ਚਲੀਏ ਸ਼ਾਂ ਤੋਂ ਕੱਢਣ ਦੇ ਨੇ, ਪਰ ਉਹਨੇ ਕਿਹਾ ਰਹਿਣ ਦੇ ਯਾਰ, ਪੁਰ ਕਰਾ ਅੱਲਾ ਹੋਰ ਦੇਗਾ। ਮੈਂ ਕਿਹਾ ਸਹੀ ਹੈ। ਉੱਥੋਂ ਅਸੀਂ ਮਤਲਬ ਨਿਕਲੇ ਹਾਂ, ਸਾਨੂੰ ਕੀਤਾ ਸੀ ਸ਼ਾਮੀ ਡਿਪੋਰਟ ਹਨੇਰੇ ਪੇ। ਅੱਛਾ। ਮਗਰਬ ਜੀ ਦਾ ਟਾਈਮ ਸੀ। ਅੱਛਾ। ਤੇ ਅਸੀਂ ਸਾਰੀ ਰਾਤ ਐਵੇਂ ਫਿਰਦੇ ਰਹੇ ਹਾਂ, ਰਾਤ ਇਵੇਂ ਗੁਜ਼ਾਰੀ। ਇਵੇਂ ਮਤਲਬ ਖਾਣ ਪੀਣ ਨੂੰ ਸਾਨੂੰ ਲੱਭ ਗਿਆ ਸੀ ਉੱਥੇ, ਸੇਬ ਲੱਗੇ ਸਨ ਏਡੇ ਏਡੇ ਮੋਟੇ ਮਿੱਠੇ। ਹਾਂਜੀ, ਜੰਗਲ 'ਚ। ਉਹ ਖਾਧੇ ਨੇ। ਨਹਿਰ ਸੀ ਤੇ ਚਾਦਰਾਂ, ਉੱਥੇ ਘਰ ਬਣਿਆ ਸੀ, ਉੱਥੋਂ ਅਸੀਂ ਲਾ ਲਿਆਂਦੀਆਂ ਐਵੇਂ। ਕਿਹਦਾ ਘਰ ਸੀ? ਕੋਈ ਰਹਿੰਦਾ ਸੀ ਪਾਕਿਸਤਾਨੀ ਜਾਂ ਫਿਰ ਹੋਰ ਅਫਗਾਨੀ ਜਾਂ ਇਰਾਨੀ, ਕੋਈ ਵੀ ਨਹੀਂ ਸੀ ਆ ਉਹ ਘਰ 'ਚ। ਤੇ ਅਸੀਂ ਚਾਦਰਾਂ ਲਈਆਂ ਤੇ ਨਹਿਰ ਦੇ ਬੰਨੇ ਤੇ ਜਾ ਕੇ ਸੌ ਗਏ। ਮੈਂ ਤੇ ਇੱਕ ਮੇਰਾ ਯਾਰ ਹੈ, ਮਾਮੇ ਦਾ ਪਿੰਡ ਦਾ ਮੇਰੇ ਦਾ। ਅਸੀਂ 2-3 ਜਣੇ ਨਾ ਨਾਲ ਮੇਰੇ ਪਿੰਡ ਦਾ ਸੀ, 3-4 ਜਣੇ ਅਸੀਂ ਨਾ ਉੱਥੇ ਜਾ ਕੇ ਸੌ ਗਏ। ਸੁਬਾਹ ਅਸੀਂ ਉੱਠੇ ਹਾਂ, ਸੁਬਾਹ ਉੱਠ ਕੇ ਅਸੀਂ ਮੌਲਵੀ ਮਸਜਿਦ ਵਾਲਾ ਜਿਹੜਾ ਨਮਾਜ਼ ਪੜ੍ਹਾ ਕੇ ਆਇਆ, ਅਸੀਂ ਉਹਨੂੰ ਕਿਹਾ ਕਿ ਸਾਨੂੰ ਕੈਂਪ ਛੱਡ ਕੇ ਆ। ਮੌਲਵੀ ਨੂੰ? ਹਾਂਜੀ। ਅਸੀਂ ਕਿਹਾ ਹਾਂਜੀ, ਤੇ ਉਹ ਕਹਿੰਦਾ ਨਹੀਂ ਮੈਂ ਨਹੀਂ ਛੱਡ ਕੇ ਆ ਸਕਦਾ। ਅੱਛਾ। ਗੱਡੀ ਤੇ ਸੀ? ਹਾਂਜੀ। ਉਹ ਨਹੀਂ, ਗੱਡੀ ਤੇ ਨਹੀਂ ਸੀ, ਨਮਾਜ਼ ਪੜ੍ਹਾ ਕੇ ਆ ਰਿਹਾ ਸੀ। ਉਹਨੂੰ ਬੜਾ ਤਰਲਾ ਮਿਹਨਤ ਕੀਤੀ ਹੈ, ਬਾਕੀ ਨਹੀਂ ਮੰਨਿਆ। ਅਸੀਂ ਫਿਰ ਉਹਨੂੰ ਤੜੀਆਂ ਨਾਲ ਕਹੀਏ ਛੱਡ ਕੇ ਆ, ਤੜੀਆਂ ਲਾਈ ਜਾਈਏ ਆਪਣੀ ਜ਼ੁਬਾਨ 'ਚ ਕਿ ਛੱਡ ਕੇ ਆ ਸਾਨੂੰ ਕੈਂਪ। ਅਸੀਂ ਪੁਲਿਸ ਨੂੰ ਬੁਲਾ ਲੈਣਾ ਇੱਥੇ, ਮਤਲਬ ਸਾਡੇ ਕੋਲ ਨਹੀਂ। ਅੱਕ ਗਏ ਸਾਂ, ਠੰਡ 'ਚ ਇਤਨੀ ਆਕੜੇ ਪਏ ਸਾਂ, ਮੈਂ ਸਮਝ ਨਹੀਂ ਸੀ ਆ ਰਹੀ ਕੀ ਕਰਨਾ। ਤੁਸੀਂ ਪਿਆਰ ਨਾਲ ਕਹਿੰਦੇ ਨੇ ਨਹੀਂ ਮੰਨਿਆ ਤੜੀਆਂ ਲਾਉਣਗੇ? ਆਪਣੀ ਜ਼ੁਬਾਨ 'ਚ, ਉਹਨਾਂ ਦੀ ਜ਼ੁਬਾਨ 'ਚ ਲਾ ਸਕਦੇ ਅਸੀਂ ਤੜੀ। ਅੱਛਾ। ਤੇ ਖੈਰ ਨਾ ਉਹਦੇ ਨਾਲ ਹੋਰ ਵੀ ਜੀ ਆਏ ਨੇ, ਉਹਨੇ ਕਿਹਾ ਛੱਡਿਆ ਯਾਰ ਕਿ ਕਿੱਥੇ ਗਰੀਬ ਜਲੀਲ ਹੁੰਦੇ ਨੇ। ਅਸੀਂ ਉਹਨੂੰ ਦੱਸਿਆ 2-3 ਦਿਨ ਭੁੱਖੇ ਆ। ਉਹਨੇ ਸਾਨੂੰ ਰੋਟੀ ਵੀ ਦਿੱਤੀ ਹੈ ਤੇ ਪੈਸੇ ਵੀ ਦਿੱਤੇ ਨੇ, ਤੇ ਛੱਡ ਕੇ ਵੀ ਆਇਆ ਕੈਂਪ 'ਚ ਆਪਣੀ ਗੱਡੀ 'ਚ। ਕਹਿੰਦਾ ਸਾਨੂੰ ਅਲਾਓ ਨਹੀਂ ਹੈ, ਲੇਕਿਨ ਫਿਰ ਵੀ ਤੁਹਾਨੂੰ ਮੈਂ ਛੱਡ ਆਉਂਦਾ ਵਾਂ। ਕੈਂਪ 'ਚ ਆ ਗਏ ਤੁਸੀਂ, ਲੀਪੇ ਕੈਂਪ? ਹਾਂਜੀ। ਚਲੋ ਜੀ ਦੋਸਤੋ, ਵੀਡੀਓ ਕਾਫੀ ਲੰਬੀ ਹੋ ਜਾਂਦੀ ਹਰ ਦਫਾ, ਇੰਟਰਸਟਿੰਗ ਹੀ ਬੜੀ ਹੈ। ਹਾਂਜੀ। ਤੇ ਨੈਕਸਟ 10ਵਾਂ ਪਾਰਟ ਤੁਹਾਡੇ ਨਾਲ ਅਗਲੀ ਦਫਾ ਸ਼ੇਅਰ ਕਰਾਂਗੇ। ਵੀਡੀਓ ਤੁਹਾਨੂੰ ਕੈਸੀ ਲੱਗ ਰਹੀ ਹੈ ਕਮੈਂਟਸ ਕਰਕੇ ਜ਼ਰੂਰ ਦੱਸੋ, ਤੇ ਆਪਣੀਆਂ ਦੁਆਵਾਂ 'ਚ ਯਾਦ ਰੱਖਿਓ। ਹਾਂਜੀ। ਤੇ ਅੱਲਾ ਹਾਫਿਜ਼। ਅੱਲਾ ਹਾਫਿਜ਼।